ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ। ਸਭ ਤੋਂ ਪਹਿਲਾਂ ਜਿਹੜੀ ਗੱਲ ਹੈਗੀ ਹੈ ਜਿਹੜੀ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ, ਮੈਂ ਦੱਸਣਾ ਚਾਹੁੰਦੀ ਹਾਂ ਕਿ ਇਸ ਇਸ਼ੂ ਨੂੰ ਬਣਾਇਆ ਜਾਵੇ ਕਿ ਅਸੀਂ ਕਿਸੇ ਸਿੰਗਰ ਦੇ ਵਿਰੁੱਧ ਦਰਖਾਸਤ ਦਿੱਤੀ ਹੈ। ਮੈਂ ਪਹਿਲਾਂ ਗੱਲ ਕਰਦੀ ਹਾਂ, ਸਾਡੇ ਲਈ ਉਹ AK-47 ਚਲਾਉਣ ਵਾਲਾ ਸਾਡੇ ਲਈ ਕੋਈ ਉਹ ਸੈਲੀਬ੍ਰਿਟੀ ਨਹੀਂ ਹੈ ਜਾਂ ਕਿਸੇ ਲਈ ਵੀ ਉਹ ਠੀਕ ਆ। ਮੈਨੂੰ ਪਤਾ ਉਹਦੀ ਬਹੁਤ ਕੀ ਕਹਿੰਦੇ ਆ ਕਿ ਹੀ ਇਜ਼ ਮਤਲਬ ਓਬਵੀਅਸਲੀ ਗੱਲ ਆ, ਬੜੀ ਵੱਡੀ ਸੈਲੀਬ੍ਰਿਟੀ ਆ, ਬੜਾ ਵੱਡਾ ਸਟਾਰ ਆ, ਠੀਕ। ਉਹਦੇ ਜਿਹੜੇ ਗਾਣੇ ਆ ਜਾਂ ਉਹ ਲਿਖਦਾ ਜਾਂ ਜਿਹੜੀਆਂ ਵੀ ਚੀਜ਼ਾਂ ਨੇ ਉਹਦੀ ਕਲਾ ਆ, ਅਸੀਂ ਕਲਾ ਨੂੰ ਐਪਰੀਸ਼ੀਏਟ ਕਰਦੇ ਆ। ਪਰ ਜਿੱਥੇ ਜਿਹੜਾ ਗਲਤ ਆ ਉਹ ਗਲਤ ਆ, ਕਿਉਂਕਿ ਕਿਸੇ ਨੂੰ ਵੀ, ਚਾਹੇ ਉਹ ਮੈਂ ਹੋਵਾਂ, ਚਾਹੇ ਮੇਰਾ ਭੈਣ ਭਾਈ ਹੋਵੇ, ਕੋਈ ਚਾਹੇ ਕੋਈ ਵੀ XYZ ਹੋਵੇ, ਜਿਹੜਾ ਮਰਜ਼ੀ ਹੋਵੇ, ਕਿਸੇ ਨੂੰ ਵੀ ਇਹ ਹੱਕ ਨਹੀਂ ਹੈਗਾ ਕਿ ਉਹ ਐਦਾਂ ਕਰਫਿਊ ਦੇ ਵਿੱਚ ਜਾਂ ਵੈਸੇ ਵੀ AK-47 ਚਲਾਵੇ। ਪਰ ਆਪਾਂ ਸਿੱਧੂ ਨੂੰ ਇਸ ਟਾਈਮ ਸਾਈਡ ਤੇ ਰੱਖ ਕੇ ਸਭ ਤੋਂ ਜ਼ਿੰਮੇਵਾਰ ਜੋ ਰਿਸਪੌਂਸੀਬਲ ਇਸ ਚੀਜ਼ ਦੇ ਵਿੱਚ ਹੈਗੇ ਨੇ ਉਹ ਹੈਗੇ ਆ ਉਹ ਉੱਥੇ ਦਾ ਪੁਲਿਸ ਜਿਹੜੇ ਆਫਿਸਰ ਹੈਗੇ ਨੇ। ਕਿਉਂਕਿ ਇੱਕ ਪੁਲਿਸ ਆਫਿਸਰ ਜਿਹੜਾ DSP ਰੈਂਕ ਦਾ ਪੁਲਿਸ ਆਫਿਸਰ ਹੋਵੇ, ਸਭ ਤੋਂ ਪਹਿਲਾਂ ਉਹਦੀ ਰਿਸਪੌਂਸਿਬਿਲਿਟੀ ਦੇਖੋ ਕੀ ਬਣਦੀ ਆ ਕਿ ਇੱਕ ਪੁਲਿਸ ਆਫਿਸਰ ਆਪਣੇ ਹਥਿਆਰ ਆਪਣੇ ਮੁਲਾਜ਼ਮਾਂ ਦੇ ਨਾਲ ਕਿਸੇ ਵੀ XYZ, ਚਾਹੇ ਉਹ ਕੋਈ ਸੈਲੀਬ੍ਰਿਟੀ ਹੋਵੇ, ਚਾਹੇ ਕੋਈ ਵੀ ਹੋਵੇ, ਉਹਨੂੰ ਇਹੋ ਜਿਹੇ ਹਥਿਆਰਾਂ ਦੀ ਟ੍ਰੇਨਿੰਗ ਦਿੰਦਾ ਚੰਗਾ ਲੱਗਦਾ ਆ। ਮੈਂ ਹੋਵਾਂ ਜਾਂ ਸਾਡੇ ਵਰਗਾ ਯੂਥ ਆ ਜਾਂ ਕੋਈ ਵੀ ਇਨਸਾਨ ਹੋਵੇ, ਠੀਕ ਆ, ਉਹਨਾਂ ਦੇ ਮਨ ਦੇ ਵਿੱਚ ਤਾਂ ਇਹ ਚੀਜ਼ ਆਏਗੀ ਕਿ ਚਲੋ ਹਥਿਆਰਾਂ ਦੇ ਪ੍ਰਤੀ ਜਿਵੇਂ ਵੀ ਚਲੋ ਚਲਾਉਣੇ ਵਧੀਆ ਲੱਗਦੇ ਆ, ਤਾਂ ਉਹਦੀ ਇੱਕ ਕਾਈਂਡ ਆਫ ਟੈਂਪਟੇਸ਼ਨ ਹੋਊਗੀ ਕਿ ਮੈਂ ਹਥਿਆਰ ਚਲਾਉਣਾ ਆ। ਪਰ ਗੱਲ ਇਹ ਆ ਕਿ ਇੱਕ ਪੁਲਿਸ ਆਫਿਸਰ ਦੀ ਮਤਲਬ ਕਿੱਡੀ ਵੱਡੀ ਗਲਤੀ ਆ ਕਿ ਉਹਨੇ ਆਪਦੀਆਂ ਜਿਹੜੀ ਰਾਈਫਲ ਆ ਉਹ ਉਸ ਨੂੰ ਫੜਾ ਦਿੱਤੀ। ਉਹ ਤਾਂ ਹੈਗਾ ਹੀ ਆ ਜਿਹੜਾ ਵੀ ਗਲਤ ਹੈਗਾ। ਸੋ ਮੈਂ ਪਹਿਲਾਂ ਵੀ ਬੋਲਿਆ ਸੀਗਾ ਜਦੋਂ ਮੈਨੂੰ ਕਈ ਲੋਕਾਂ ਨੇ ਕਿਹਾ ਕਿ ਤੁਸੀਂ ਪਤਾ ਨਹੀਂ ਸੈਲੀਬ੍ਰਿਟੀ, ਮੈਂ ਫੇਰ ਗੱਲ ਕਲੀਅਰ ਕਰਦੀ ਹਾਂ, ਸਾਡਾ ਸੈਲੀਬ੍ਰਿਟੀ ਹੋਣ ਨਾ ਹੋਣ ਨਾਲ ਕੋਈ ਫਰਕ ਨਹੀਂ। ਇਹੋ ਜਿਹਾ ਕੰਮ ਜੇ ਕਿਸੇ ਹੋਰ ਨੇ ਵੀ ਕੀਤਾ ਹੁੰਦਾ ਸੀ ਉਹਦੇ ਵੀ ਅਗੇਂਸਟ ਹੁੰਦੇ। ਜਿਹੜੀ ਅਸੀਂ ਕੰਪਲੇਂਟ ਕੀਤੀ ਆ ਜਾਂ ਹੁਣ ਵੀ ਅਸੀਂ ਮੰਗ ਕੀਤੀ ਆ, ਕਿਉਂਕਿ ਹੁਣ ਵੀ ਉਹਨਾਂ ਨੇ ਸਿਰਫ ਉਹਦੇ ਤੇ ਡਿਜ਼ਾਸਟਰ ਮੈਨੇਜਮੈਂਟ ਵਾਲਾ ਐਕਟ ਲਗਾ ਦਿੱਤਾ ਆ, ਸਿਰਫ ਕਰਫਿਊ ਤੋੜਨ ਦਾ ਐਕਟ ਲਾਇਆ ਆ। ਜੋ ਆਰਮਡ ਐਕਟ ਦੇ ਤਹਿਤ ਉਹਨਾਂ ਤੇ ਕਾਰਵਾਈ ਬਣਦੀ ਆ ਉਹ ਨਹੀਂ ਕੀਤੀ। ਤੇ ਅਸੀਂ ਦੁਬਾਰਾ ਫੇਰ ਅੱਜ DGP ਨੂੰ ਵੀ ਤੇ SSP ਬਰਨਾਲਾ ਨੂੰ ਵੀ ਮੇਲ ਦੁਬਾਰਾ ਫੇਰ ਪਾਈਆਂ ਨੇ। ਮੈਂ ਇਹਦੇ ਵਿੱਚ ਸ਼ੇਅਰ ਵੀ ਕੀਤੀ ਹੈ ਜਿਹੜੀ ਮੇਲ ਪਾਈ ਆ ਕਿ ਉਹ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ। ਤੇ ਜੇ ਉਹਨਾਂ ਨੇ ਉਹ ਬਣਦੀ ਕਾਰਵਾਈ ਨਹੀਂ ਕੀਤੀ, ਅਸੀਂ ਹਾਈ ਕੋਰਟ ਜਾਵਾਂਗੇ। ਅਸੀਂ ਪਹਿਲਾਂ ਵੀ ਇਹੀ ਚੀਜ਼ ਕੀਤੀ ਆ। ਦੇਖੋ ਜਦੋਂ ਪੁਲਿਸ ਵਾਲੇ ਆਪਣੇ ਜਿਹੜੇ ਯੂਥ ਆ ਉਹਨਾਂ ਨੂੰ ਕਰਫਿਊ ਦੇ ਵਿੱਚ ਬਿਨਾਂ ਗੱਲ ਤੋਂ ਲੋਕਾਂ ਨੂੰ ਨਜਾਇਜ਼ ਕੁੱਟ ਰਹੇ ਸੀ, ਅਸੀਂ ਤਾਂ ਆਵਾਜ਼ ਉਹਦੇ ਖਿਲਾਫ ਵੀ ਚੱਕੀ ਸੀ, ਚੱਕਣੀ ਬਣਦੀ ਆ। ਸਾਡਾ ਫਰਜ਼ ਇਹ ਆ, ਬੀਇੰਗ ਅ ਲਾਇਰ, ਠੀਕ ਆ, ਬੀਇੰਗ ਅ ਸੋਸ਼ਲ ਐਕਟਿਵਿਸਟ ਕਹਿ ਲਓ, ਜਾਂ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਰਿਸਪੌਂਸੀਬਲ ਸਿਟੀਜ਼ਨ ਆਫ ਇੰਡੀਆ, ਹਰੇਕ ਦਾ ਇਹ ਫਰਜ਼ ਬਣਦਾ ਆ ਕਿ ਜਿੱਥੇ ਕੁਝ ਗਲਤ ਹੁੰਦਾ ਆ, ਸਾਡੇ ਕੋਲ ਕੀ ਆ, ਅਸੀਂ ਇੱਕ ਮੇਲ ਹੀ ਲਿਖ ਕੇ ਪਾਉਣੀ ਆ, ਠੀਕ ਆ, ਅਸੀਂ ਇੱਕ ਮਤਲਬ ਆਪਣੀ ਰਿਸਪੌਂਸਿਬਿਲਿਟੀ ਹੀ ਪੂਰੀ ਕਰਨੀ ਹੈ। ਸੋ ਮੈਨੂੰ ਇਹ ਲੱਗਦਾ ਕਿ ਸਾਡੀ ਡਿਊਟੀ ਆ ਜੋ ਅਸੀਂ ਕੀਤੀ ਹੈ ਤੇ ਜੋ ਸਾਨੂੰ ਕਰਨੀ ਚਾਹੀਦੀ ਸੀ। ਸੋ ਫਿਰ ਉਹ ਸਾਹਮਣੇ ਵਾਲਾ, ਚਾਹੇ ਉਹ ਕੋਈ ਸਿੰਗਰ ਹੋਵੇ, ਚਾਹੇ ਉਹ ਸਾਡਾ ਕੋਈ ਵਕੀਲ ਭਾਈਚਾਰੇ ਦਾ ਹੋਵੇ, ਚਾਹੇ ਕੋਈ ਪੁਲਿਸ ਆਫਿਸਰ ਹੋਵੇ, ਪਰ ਇਸ ਚੀਜ਼ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਭ ਤੋਂ ਜ਼ਿਆਦਾ ਰਿਸਪੌਂਸਿਬਲ ਜੋ ਅਣਗਹਿਲੀ ਕੀਤੀ ਗਈ ਉਹ ਪੁਲਿਸ ਆਫਿਸਰ ਦੀ ਗਲਤੀ ਆ। ਸੋ ਸਭ ਤੋਂ ਜ਼ਿਆਦਾ ਜੋ ਕਾਰਵਾਈ ਕਰਨੀ ਬਣਦੀ ਹੈ ਉਹ ਇਹੋ ਜਿਹੇ ਪੁਲਿਸ ਅਫਸਰਾਂ ਤੇ ਕਰਨੀ ਬਣਦੀ ਹੈ, ਤਾਂ ਕਿ ਕੱਲ ਫਿਊਚਰ ਦੇ ਵਿੱਚ ਵੀ ਕੋਈ ਵੀ ਪੁਲਿਸ ਆਫਿਸਰ ਹੋਵੇ, ਚਾਹੇ ਉਹ ਛੋਟਾ ਮੁਲਾਜ਼ਮ ਹੋਵੇ, ਚਾਹੇ ਕੋਈ ਵੱਡਾ ਅਫਸਰ ਹੋਵੇ, ਉਹ ਕਦੇ ਵੀ ਆਪਦੇ ਯਾਰਾਂ ਦੋਸਤਾਂ ਨੂੰ ਆਪਦੀ ਜਿਹੜੀ ਸਰਕਾਰੀ ਉਹਦੀ ਪਿਸਟਲ ਆ ਜਾਂ ਉਹਦੀ ਜੋ ਵੀ ਆ ਪਿਸਟਲ ਆ, ਰਿਵਾਲਵਰ ਆ, ਵਾਟ ਐਵਰ ਉਹਦੀ ਵੈਪਨ ਆ, ਉਹ ਕਿਸੇ ਨੂੰ ਨਾ ਦੇਵੇ, ਠੀਕ ਹੈ ਨਾ। ਇਹ ਚੀਜ਼ ਜ਼ਿਆਦਾ ਜਿਹੜੀ ਜ਼ਰੂਰੀ ਆ। ਜਾਂ ਕੋਈ ਗਲਤੀ ਹੋਈ ਐਕਸੈਪਟ ਕਰਾਂ ਕਿਉਂਕਿ ਲਾਸ, ਬਿਲਕੁਲ ਐਗਜ਼ੈਕਟਲੀ ਗੱਲ ਆ। ਦੇਖੋ ਜਿਵੇਂ ਮੇਰੀ ਕਿਸੇ ਗੱਲ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਹਰਟ ਹੋਈਆਂ, ਮੈਂ ਮਾਫੀ ਮੰਗੀ, ਠੀਕ ਆ, ਮੈਂ ਮਾਫੀ ਮੰਗੀ, ਉਹਨਾਂ ਨੂੰ ਮਾਫੀ ਨਹੀਂ ਐਕਸੈਪਟ ਹੋਈ, ਮੈਂ ਵੋਲੰਟੀਅਰ ਸਰੈਂਡਰ ਕੀਤਾ, ਜਿੰਨੀ ਦੇਰ ਉਹਨਾਂ ਨੇ ਰੱਖਣਾ। ਮੈਂ ਆਪਣਾ ਉੱਥੇ ਗਈ ਹਾਈ ਕੋਰਟ ਤੋਂ, ਜਦੋਂ ਮੇਰੀ ਬੇਲ ਹੋਈ ਮੈਂ ਵਾਪਸ ਆਈ। ਸੋ ਲਾਅ ਇਜ਼ ਇਕੁਅਲ ਫॉर एवरीवन, ਚਾਹੇ ਉਹ ਮੈਂ ਹੋਵਾਂ, ਚਾਹੇ ਕੋਈ ਪ੍ਰਧਾਨ ਮੰਤਰੀ ਹੋਵੇ, ਚਾਹੇ ਕੋਈ ਪੁਲਿਸ ਵਾਲਾ ਹੋਵੇ, ਚਾਹੇ ਉਹ ਕੋਈ ਸਿੰਗਰ ਹੋਵੇ, ਐਨੀ
XYZ ਜਿਹੜਾ ਵੀ ਹੈਗਾ ਜੋ ਗਲਤੀ ਕਰਦਾ, ਸੋ ਆਪਣਾ ਫਰਜ਼ ਬਣਦਾ। ਇਹ ਚੀਜ਼ਾਂ ਤਾਂ ਚਲੋ ਹਜੇ ਸੈਕੰਡਰੀ ਹੋ ਗਈਆਂ ਕਿ ਉਹਨਾਂ ਦਾ ਸਾਡੇ ਯੂਥ ਤੇ ਕੀ ਅਸਰ ਹੁੰਦਾ, ਉਹ ਫਲਾਨਾ ਧਿਮਕਾ, ਉਹ ਚੀਜ਼ਾਂ ਹਲੇ ਸੈਕੰਡਰੀ ਆ। ਗੱਲ ਇਹ ਆ ਕਿ ਇੱਕ ਪੁਲਿਸ ਆਫੀਸਰ ਦੀ ਸਰਕਾਰੀ ਰਾਈਫਲ, ਸਰਕਾਰੀ ਅਸਲਾ ਕਿਸੇ ਨੇ ਟ੍ਰੇਨਿੰਗ ਦੇ ਵਿੱਚ ਚਲਾਇਆ, ਠੀਕ ਹੈ, ਉਹ ਮਤਲਬ ਉਹਨੂੰ ਪਿਸਟਲ ਚਲਾ ਕੇ ਦੇ ਰਿਹਾ ਕਿ ਜਿਹੜੇ ਸਾਡੇ ਉਹ ਤੁਸੀਂ ਸੋਚੋ ਕਿ ਇੱਕ ਪੁਲਿਸ ਆਫੀਸਰ ਦਾ ਜਿਹੜਾ ਆਡਿਟ ਨਹੀਂ ਹੁੰਦਾ ਵੀ ਉਹਨੇ ਕਿੱਥੇ, ਮੇਰੀ ਫਰੈਂਡ ਆ ਪੁਲਿਸ ਆਫੀਸਰ ਆ, ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਵੀ ਇਹ ਤੁਹਾਡੇ ਨਾ ਗੋਲੀਆਂ ਕਾਊਂਟ ਨਹੀਂ ਕਰਦੇ ਵੀ ਕਿਹਨੇ ਕਿੰਨੀਆਂ ਚਲਾ ਲੀਆਂ ਜਾਂ ਕਿੱਦਾਂ ਆ? ਉਹ ਕਹਿੰਦਾ ਕਿ ਸਾਨੂੰ ਖੋਲ ਤੱਕ ਦਾ ਹਿਸਾਬ ਦੇਣਾ ਪੈਂਦਾ ਵੀ ਅਸੀਂ ਕਿੱਥੇ ਲਾਇਆ। ਏਦਾਂ ਤਾਂ ਕੱਲ ਨੂੰ ਕੋਈ ਵੀ ਕਿਸੇ ਨੂੰ ਮਾਰ ਦੂ, ਕੱਲ ਨੂੰ ਮੰਨ ਲਓ ਉਹ ਦੋਸਤ ਆ, ਉਹਦੀ ਪਿਸਤੌਲ ਚੱਕ ਕੇ ਜਾਂ ਰਿਵਾਲਵਰ ਚੱਕ ਕੇ ਜਾਂ ਐਨੀਥਿੰਗ, ਪਿਸਟਲ ਚੱਕ ਕੇ ਕਿਸੇ ਨੇ ਕਿਸੇ ਨੂੰ ਮਾਰਤਾ, ਆਪ ਸੋਚੋ ਤੁਸੀਂ, ਕਿਸੇ ਨੇ ਕਿਸੇ ਨੂੰ ਮਾਰਦਾ ਤੇ ਕੱਲ ਨੂੰ ਫਿਰ ਉਸ ਚੀਜ਼ ਦੇ ਉੱਤੇ ਕੀ ਹੋਊਗਾ? ਸੋ ਇਹ ਸਾਰੀਆਂ ਚੀਜ਼ਾਂ ਨੇ। ਰਣਜੀਤ ਬਾਵੇ ਤੇ ਜਿਹੜੀ FIR ਬਾਈ, ਉਸ ਚੀਜ਼ ਦੇ ਉੱਤੇ ਆਪਾਂ ਅਲੱਗ ਗੱਲ ਕਰਾਂਗੇ। ਮੈਂ ਉਹ ਪੂਰਾ ਗਾਣਾ ਸੁਣਿਆ, ਮੈਨੂੰ ਗਾਣੇ 'ਚ ਕੋਈ ਇਹੋ ਜਿਹੀ ਗੱਲ ਨਹੀਂ ਲੱਗੀ ਹੈਗੀ। ਸਾਡੇ ਦੇਸ਼ ਦੇ ਵਿੱਚ ਨਾ ਲੋਕਾਂ ਨੂੰ ਆਦਤ ਪੈ ਗਈ ਆ ਹਰੇਕ ਗੱਲ ਦੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਉਹ ਕਰਨ ਦੀ। ਸੋ ਉਹ ਗੱਲਾਂ ਮੈਂ ਬਿਲਕੁਲ ਡਿਟੇਲ ਦੇ ਵਿੱਚ ਉਸ ਚੀਜ਼ ਨੂੰ ਡਿਸਕਸ ਕਰੂੰਗੀ। ਮੇਰਾ ਜਿਹੜਾ ਮੇਨ ਪਰਪਸ ਆ ਉਹ ਇਹ ਆ ਕਿ ਜਿਹੜਾ ਵੀ ਗਲਤ ਕਰਦਾ ਆ, ਚਾਹੇ ਉਹ XYZ, ਚਾਹੇ ਉਹ ਕਿਸੇ ਵੀ ਧਾਰਮਿਕ ਮਤਲਬ ਕਿਸੇ ਵੀ ਉਹਦਾ ਹੋਵੇ, ਕੀ ਬੋਲਦੇ ਆ ਉਹਨੂੰ, ਪੋਲੀਟੀਕਲ ਪਾਰਟੀ ਦਾ ਹੋਵੇ, ਚਾਹੇ ਉਹ ਕਿਸੇ ਵੀ ਪ੍ਰੋਫੈਸ਼ਨ ਦਾ ਹੋਵੇ, ਚਾਹੇ ਉਹ ਪੁਲਿਸ ਵਾਲਾ ਹੋਵੇ, ਚਾਹੇ ਆਰਮੀ ਵਾਲਾ ਹੋਵੇ, ਚਾਹੇ ਕੋਈ ਸਿੰਗਰ ਹੋਵੇ, ਕੋਈ ਸੈਲੀਬ੍ਰਿਟੀ ਹੋਵੇ, ਕੋਈ ਐਕਟਰ ਹੋਵੇ, ਐਨੀਵਨ ਜੋ ਗਲਤ ਕਰਦਾ ਆ, ਸੋ ਉਹਦੇ ਖਿਲਾਫ ਸਾਨੂੰ ਇਕੱਠੇ ਹੋ ਕੇ ਖੜਨਾ ਚਾਹੀਦਾ ਆ, ਕਿਉਂਕਿ ਸਾਡੇ ਖੜਨਾ ਬਣਦਾ ਆ। ਠੀਕ ਆ, ਬਿਲਕੁਲ ਵੀਰੇ ਤੁਹਾਡੀ ਗੱਲ ਬਿਲਕੁਲ ਸਹੀ ਆ। ਦੇਖੋ ਹੁਣ ਇੱਕ ਡਿਪਟੀ ਉੱਥੇ ਗਲਤ ਸੀਗਾ, ਉਹ ਡਿਪਟੀ ਦੇ ਕਰਕੇ ਜਿਹੜੇ ਦੂਜੇ ਮੁਲਾਜ਼ਮ ਆ ਜਿਹੜੇ ਸਿਰਫ ਇਸ ਲਈ ਨਾਲ ਖੜੇ ਸੀਗੇ ਕਿ ਉਹ ਸਾਡਾ ਡਿਪਟੀ ਆ, ਉਹ ਵਿਚਾਰੇ ਬਿਨਾਂ ਗੱਲ ਤੋਂ ਰਗੜੇ ਗਏ। ਗਲਤੀ ਡਿਪਟੀ ਦੀ ਆ। ਸਭ ਤੋਂ ਵੱਡੀ, ਜਿੰਨੀ ਬੰਦੇ ਦੀ ਵੱਡੀ ਪੋਜੀਸ਼ਨ ਹੁੰਦੀ ਆ ਉਨੀ ਉਹਦੀ ਰਿਸਪੌਂਸਿਬਿਲਿਟੀ ਜ਼ਿਆਦਾ ਹੁੰਦੀ ਆ। ਸੋ ਇੱਕ ਵੱਡੇ ਆਫੀਸਰ ਦੀ ਡਿਊਟੀ ਬਣਦੀ ਸੀ ਤੇ ਇਸ ਕਰਕੇ ਇੱਥੇ ਗਲਤੀ ਉਸ ਆਫੀਸਰ ਦੀ ਆ। ਠੀਕ ਆ, ਉਸ ਆਫੀਸਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਬਣਦੀ ਆ। ਹਜੇ ਕਾਰਵਾਈ ਕੀਤੀ ਨਹੀਂ ਗਈ ਤੇ ਇਸ ਮੈਟਰ ਨੂੰ ਇੱਥੇ ਨਹੀਂ ਛੱਡਿਆ ਜਾਊਗਾ। ਠੀਕ ਆ, ਫਿਰ ਉਹ ਚਾਹੇ ਕੋਈ ਵੀ ਹੋਵੇ, ਚਾਹੇ ਉਹਨੂੰ ਬਚਾਉਣ ਲਈ ਪੋਲੀਟੀਸ਼ੀਅਨ ਹੋਣ। ਅਸੀਂ ਤਾਂ ਇਹਨਾਂ ਨੂੰ ਥੋੜਾ ਜਿਹਾ ਟਾਈਮ ਦਿੱਤਾ ਆ, ਐਪਲੀਕੇਸ਼ਨ ਮੈਂ ਨਾਲ ਸ਼ੇਅਰ ਕੀਤੀ ਆ ਤੇ ਜੇ ਇਹਨਾਂ ਨੇ ਇਸ ਚੀਜ਼ ਦੇ ਉੱਤੇ ਨਾ ਕੀਤਾ, ਅਸੀਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਫਾਈਲ ਕਰਾਂਗੇ। ਸਿੰਪਲ ਜੀ ਗੱਲ ਆ, ਬਿਕੋਜ਼ ਇੱਥੇ ਨਹੀਂ ਗੱਲ ਬੰਦ ਹੋਣੀ। ਐਂ ਤਾਂ ਫਿਰ ਕੰਮ ਖਰਾਬ ਆ ਨਾ। ਤੇ ਐਂ ਤਾਂ ਕੱਲ ਕੋਈ ਵੀ ਆ ਕੇ ਕਿਸੇ ਦੇ ਵੀ ਰਿਵਾਲਵਰ ਪਿਸਟਲ ਫੜੂਗਾ ਤੇ ਚੱਕ ਕੇ ਜੀ ਫਾਇਰਿੰਗ ਕਰੂਗਾ ਜੀ ਮੈਂ ਸ਼ੂਟਿੰਗ ਰੇਂਜ ਦੇ ਉੱਤੇ ਮੈਂ ਪ੍ਰੈਕਟਿਸ ਕਰ ਰਿਹਾ ਸੀ। ਪ੍ਰੈਕਟਿਸ ਦਿਸ ਇਜ਼ ਨਾਟ ਜਸਟੀਫਾਈਡ ਨਾ। ਜਦ ਮੇਰੇ ਕੋਲ ਮੇਰੇ ਭਰਾ ਕੋਲ ਵੈਪਨ ਆ, ਠੀਕ ਆ, ਮੈਂ ਆਪਣੇ ਭਰਾ ਦੀ ਵੈਪਨ ਨਹੀਂ ਫੜ ਸਕਦੀ ਹੈਗੀ। ਸਾਨੂੰ ਆਥੋਰਾਈਜ਼ੇਸ਼ਨ ਹੀ ਨਹੀਂ ਹੈਗੀ ਜਿਸ ਇਨਸਾਨ ਦੀ ਵੈਪਨ ਆ ਨੂੰ। ਤੇ ਜਿਹੜਾ ਨਾਲੇ ਜਿਹਦੀ ਸਰਕਾਰੀ ਅਸਲਾ ਆ ਉਹਦੀ ਤਾਂ ਕੱਲੇ ਨੂੰ ਉਹ ਦੇਣੀ ਪੈਂਦੀ ਆ। ਤਾਂ ਕੱਲ ਨੂੰ ਫੇਕ ਐਨਕਾਊਂਟਰ ਬਣਾ ਕੇ ਮਤਲਬ ਕੋਈ ਕੁਝ ਵੀ ਬੋਲ ਸਕਦਾ ਆ। ਇਹਦਾ ਮਤਲਬ ਕੋਈ ਆਡਿਟ ਹੀ ਨਹੀਂ ਹੈਗਾ। ਸੋ ਗੱਲ ਇਹ ਆ। ਦੂਜੀ ਗੱਲ ਜਿਹੜੀ ਵੀ ਕਿਸੇ ਨੇ ਗੱਲ ਹੁੰਦੀ ਆ ਕਿ ਕਈ ਲੋਕ ਕਹਿੰਦੇ ਆ ਕਿ ਸਿੱਧੂ ਬਹੁਤ ਸੋਹਣਾ ਸਿੰਗਰ ਆ ਤੇ ਇਸ ਕਰਕੇ ਉਹਦੇ ਪਿੱਛੇ ਪਏ ਆ। ਬਈ ਇਹੋ ਜਿਹੀ ਕੋਈ ਗੱਲ ਨਹੀਂ ਗੀ। ਜੇ ਕਿਸੇ ਦੇ ਵਿੱਚ ਕਲਾ ਆ, ਉਹਦੀ ਕਲਾ ਦੀ ਅਸੀਂ ਵੀ ਤਾਰੀਫ ਕਰਦੇ ਆ। ਠੀਕ ਆ, ਉਹ ਕੋਈ ਚੀਜ਼ ਆ, ਕਲਾ ਦਾ ਇਸ ਚੀਜ਼ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਗਾ। ਜਿੱਥੇ ਗਲਤ ਆ, ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਸ ਟਾਈਮ ਵੀ ਜੇ ਅਸੀਂ ਨਾ ਸਮਝੇ ਨਾ, ਪਤਾ ਨਹੀਂ ਸਾਡੇ ਦੇਸ਼ ਦੇ ਕੀ ਹਾਲਾਤ ਹੋਣੇ ਆ। ਸਾਡੇ ਜਿਹੜਾ ਯੂਥ ਆ, ਤੁਸੀਂ ਆਪ ਸੋਚ ਲਓ ਕਿਹੜੇ ਪਾਸੇ ਜਾ ਰਿਹਾ ਆ। ਉਹ ਗੱਲਾਂ ਬਾਅਦ ਦੀਆਂ ਨੇ, ਪਰ ਇਸ ਟਾਈਮ ਇੱਥੇ ਮੈਂ ਫਿਰ ਉਹੀ ਗੱਲ ਬੋਲੂੰਗੀ ਕਿ ਯੂਥ ਤੇ ਗਾਣਿਆਂ ਦਾ ਕੀ ਅਸਰ, ਅਸਲੇ ਦਾ ਕੀ ਅਸਰ, ਉਹ ਚੀਜ਼ਾਂ ਅਲੱਗ ਆ। ਮੇਨ ਚੀਜ਼ ਇਹ ਆ ਕਿ ਇੱਕ ਪੁਲਿਸ ਆਫੀਸਰ, ਸਿੱਧੂ ਤਾਂ ਗਲਤ ਹੈਗਾ ਆ, ਉਹਦੇ ਨਾਲ ਦੇ ਵੀ ਗਲਤ ਹੈਗੇ ਆ ਜੋ ਉੱਥੇ ਹੋਇਆ, ਪਰ ਜਿਹੜਾ ਮੇਨ ਪੁਲਿਸ ਆਫੀਸਰ ਆ, ਜਿਹੜਾ ਇੱਕ ਡਿਪਟੀ ਆ, ਜੋ ਉਹਨੇ ਹਰਕਤ ਕੀਤੀ ਆ, ਉਹਨੇ ਆਪਣਾ ਅਸਲਾ ਜਿਵੇਂ ਦਿੱਤਾ, ਉਹ ਚੀਜ਼ ਬਿਲਕੁਲ ਵੀ ਐਕਸੈਪਟੇਬਲ ਨਹੀਂ ਹੈਗੀ ਤੇ ਨਾ ਉਹ ਮਾਫੀ ਦੇ ਕਾਬਲ ਆ। ਹਜੇ ਤਾਂ ਉਹ ਸਿਰਫ ਸਸਪੈਂਡ ਹੋਇਆ ਆ, ਠੀਕ ਆ ਨਾ। ਉਹਦੇ ਤੇ ਪ੍ਰੋਪਰ ਕਾਰਵਾਈ ਹੋ ਕੇ ਉਹ ਡਿਸਮਿਸ ਹੋਣਾ ਬਣਦਾ ਆ। ਤੇ ਇਸ ਚੀਜ਼ ਨੂੰ ਕਈ ਲੋਕਾਂ ਨੇ ਮੈਨੂੰ ਕਿਹਾ ਕਿ ਇਹਨਾਂ ਨੂੰ ਜਿਹੜੇ ਹੈਗੇ ਕਾਂਗਰਸ ਦੇ ਲੀਡਰ ਬਚਾ ਲੈਣਗੇ। ਮੈਂ ਕਹਿੰਦੀ ਕਾਂਗਰਸ ਕਾਲੀ ਜਿਹੜਾ ਮਰਜ਼ੀ ਆ ਜੇ ਬਚਾਉਣ, ਅਸੀਂ ਐਂਡ ਤੱਕ ਲੜਾਈ ਲੜਾਂਗੇ, ਕਿਉਂਕਿ ਇਹ ਚੀਜ਼ਾਂ ਐਕਸੈਪਟੇਬਲ ਨਹੀਂ ਹੈਗੀਆਂ। ਸਿੰਪਲ ਜੀ ਗੱਲ ਆ ਬਾਈ। ਪੈਸੇ ਦਾ ਡਮਰੂ ਸਿਰਫ ਪਾਵਰ ਪੁਲਿਸ ਇੱਥੇ ਤੱਕ ਵੱਜਦਾ ਆ। ਮੇਰਾ ਫੋਨ ਆ ਜਾਂਦਾ ਵਿੱਚ, ਸੌਰੀ। ਸੋ ਇਹੀ ਗੱਲ ਮੈਂ ਬੋਲਣਾ ਚਾਹੁੰਦੀ ਸੀਗੀ। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਮੈਂ ਸਾਰੀਆਂ ਗੱਲਾਂ ਆ ਕੇ ਕਲੀਅਰ ਆ ਕੇ ਲਾਈਵ ਦੇ ਵਿੱਚ ਆ ਕੇ ਬੋਲੂੰਗੀ। ਕੌਣ ਆ ਕਰਮ ਭੀਲਾ? ਤੁਸੀਂ ਕਾਂਗਰਸ ਭਾਈ ਦਿੰਦੀ ਸੀ ਨਾ, 3 ਸਾਲ ਹੋ ਗਏ ਮੈਨੂੰ ਕਾਂਗਰਸ ਛੱਡੀ ਨੂੰ, ਠੀਕ ਆ ਨਾ। ਤੇ ਮੈਂ ਕਾਂਗਰਸ ਦੇ ਨਾਰੇ ਨਹੀਂ ਲਾਉਂਦੀ ਸੀ ਕਿ ਮੈਂ ਸਿਰਫ ਦੋ ਬੰਦਿਆਂ ਦੀ ਸਪੋਰਟ ਕਰਦੀ ਸੀਗੀ।
ਉਹ ਤਾਂ ਅੱਜ ਵੀ ਕਾਂਗਰਸ 'ਚ ਹੋਣ, ਅਕਾਲੀ 'ਚ ਹੋਣ, ਜਿਹ 'ਚ ਮਰਜ਼ੀ ਹੋਣ, ਉਹਨਾਂ ਦੀ ਮੈਂ ਹੁਣ ਵੀ ਕਰੂੰਗੀ। ਸੋ ਆਈ ਐਮ ਨਾਟ ਅਕਾਊਂਟੇਬਲ ਟੂ ਯੂ ਕਿ ਮੈਂ ਤੁਹਾਨੂੰ ਲੋਕਾਂ ਨੂੰ ਆਨਸਰ ਕਰਾਂ, ਕਿਉਂਕਿ ਮੈਂ ਕਿਸੇ ਦੀ ਕੋਈ ਚੁਣੀ ਹੋਈ ਲੀਡਰ ਨਹੀਂ ਹੈਗੀ। ਮੈਂ ਇੱਕ ਵਕੀਲ ਹਾਂ, ਮੈਂ ਇੱਕ ਸੋਸ਼ਲ ਐਕਟਿਵਿਸਟ ਹਾਂ। ਇਸ ਪੇਜ ਦੇ ਉੱਤੇ ਆ ਕੇ ਵੀ ਮੈਂ ਲੋਕਾਂ ਨੂੰ ਜਵਾਬ ਦੇਣ ਲਈ ਨਹੀਂ ਬੋਲਦੀ ਹੈਗੀ, ਮੈਂ ਆਪਣੀ ਰਿਸਪੌਂਸਿਬਿਲਿਟੀ ਲਈ ਬੋਲਦੀ ਹਾਂ। ਠੀਕ ਆ, ਕਿਸੇ ਨੂੰ ਪਸੰਦ ਆਉਂਦੀ ਆ ਉਹ ਵੀ ਸਿਰ ਮੱਥੇ ਆ, ਕਿਸੇ ਨੂੰ ਨਹੀਂ ਪਸੰਦ ਆਉਂਦੀ ਉਹ ਵੀ ਸਿਰ ਮੱਥੇ ਆ। ਲੋਕਾਂ ਨੇ ਗਾਲਾਂ ਕੱਢਣੀਆਂ ਨੇ, ਮੈਨੂੰ ਜੇਲ੍ਹ ਤੱਕ ਤਾਂ ਪਹੁੰਚਾਤਾ, ਇਦੋਂ ਉੱਤੇ ਕੀ ਕਰ ਲਓਗੇ? ਮੈਨੂੰ ਕਿਸੇ ਦੀ ਪਰਵਾਹ ਨਹੀਂ, ਨਾ ਮੈਂ ਕਿਸੇ ਤੋਂ ਡਰੀ ਆ। ਠੀਕ ਆ, ਔਰ ਇਹ ਚੀਜ਼ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਮੈਂ ਕਿਸੇ ਤੋਂ ਨਹੀਂ ਡਰਦੀ ਹੈਗੀ। ਜਿਹੜੀ ਕੁੜੀ 55 ਦਿਨ ਜੇਲ੍ਹ ਚ ਲਾ ਸਕਦੀ ਹੈ ਨਾ, ਚੰਗੀ ਭਲੀ ਹੋ ਕੇ ਕੁਝ ਵੀ ਕਰ ਸਕਦੀ ਹੈ, ਉਹਨੂੰ ਕੋਈ ਡਰਾ ਨਹੀਂ ਸਕਦਾ। ਸੋ ਮੇਰੇ ਸਾਹਮਣੇ ਮੇਰੇ ਬਾਰੇ ਜਿਹੜੇ ਕੋਈ ਇਹਨਾਂ ਗੱਲਾਂ ਕਰਕੇ ਜਿਹੜੇ ਵੀ ਕੋਈ ਬਕਵਾਸ ਕਰਦਾ ਹੈ, ਮੈਨੂੰ ਉਹਦੀ ਪਰਵਾਹ ਨਹੀਂ ਗੀ। ਠੀਕ ਹੈ ਨਾ, ਇੱਥੇ ਮੇਰਾ ਪਰਸਨਲ ਮੈਟਰ ਗੱਲ ਹੈ ਕਿ ਜਿੱਥੇ ਗੱਲ ਦੇਸ਼ ਦੀ ਹੋਊਗੀ, ਜਿੱਥੇ ਗੱਲ ਹੱਕ ਸੱਚ ਦੀ ਹੋਊਗੀ, ਉੱਥੇ ਮੈਂ ਪਹਿਲਾਂ ਵੀ ਬੋਲੀ ਹਾਂ, ਹੁਣ ਵੀ ਬੋਲੀ ਹਾਂ ਤੇ ਮੈਂ ਬੋਲਦੀ ਰਹੂੰਗੀ। ਸੋ ਮੈਨੂੰ ਬੋਲਣ ਤੋਂ ਕੋਈ ਨਹੀਂ ਰੋਕ ਸਕਦਾ। ਠੀਕ ਹੈ ਨਾ, ਜੋ ਚੀਜ਼ ਸਹੀ ਆ ਉਹ ਸਹੀ ਆ, ਜੋ ਗਲਤ ਆ ਉਹ ਗਲਤ ਆ। ਤੇ ਫਿਰ ਉਹੀ ਗੱਲ ਬੋਲੂੰਗੀ ਕਿ ਇਸ ਮੁੱਦੇ ਨੂੰ ਇੱਥੇ ਖਤਮ ਨਹੀਂ ਕੀਤਾ ਜਾਊਗਾ। ਇਹ ਦੱਸਣਾ ਮੇਰਾ ਫਰਜ਼ ਸੀਗਾ। ਜੇ ਕਈ ਲੋਕਾਂ ਦੀਆਂ ਜਿਹੜੀਆਂ ਗਲਤ ਫਹਿਮੀਆਂ ਨੇ, ਹੁਣ ਮੈਂ ਦੁਬਾਰਾ ਫਿਰ 3 ਪੁਆਇੰਟ ਬੋਲ ਕੇ ਜਲਦੀ ਗੁੱਡ ਬਾਈ ਕਰੂੰਗੀ। ਪਹਿਲਾ ਪੁਆਇੰਟ ਕਿ ਕਿਸੇ ਦੇ ਖਿਲਾਫ ਅਸੀਂ ਕਾਰਵਾਈ ਇਸ ਕਰਕੇ ਨਹੀਂ ਕਰਵਾਈ ਕਿ ਉਹ ਸਿੰਗਰ ਆ। ਨੋ, ਵੀ ਹੈਵ ਨਥਿੰਗ ਟੂ ਡੂ ਵਿਦ ਕਿ ਉਹ ਸੈਲੀਬ੍ਰਿਟੀ ਔਰ ਵਾਟਐਵਰ ਹੀ ਇਜ਼। ਸਾਨੂੰ ਇਹ ਆ ਕਿ ਇੱਕ ਇਨਸਾਨ ਨੇ ਆਪਣੇ ਪੁਲਿਸ ਆਫਿਸਰ ਦੋਸਤਾਂ ਦੇ ਨਾਲ ਮਿਲ ਕੇ ਸਰਕਾਰੀ ਅਸਲੇ ਦੀ ਕਰਫਿਊ ਦੇ ਦੌਰਾਨ ਦੁਰਵਰਤੋਂ ਕੀਤੀ, ਜੋ ਇਲੀਗਲ ਆ। ਆਰਮਡ ਐਕਟ ਦੇ ਤਹਿਤ ਵੀ, ਠੀਕ ਹੈ, IPC ਦੇ ਤਹਿਤ ਵੀ ਜੋ ਕਾਨੂੰਨੀ ਕਾਰਵਾਈ ਆ, ਮੈਂ ਸੈਕਸ਼ਨ ਦੱਸੇ ਹੋਏ ਆ, ਉਹ ਬਣਦੇ ਆ ਤੇ ਲਗਵਾਏ ਜਾਣਗੇ। ਜੇ ਪੁਲਿਸ ਨਹੀਂ ਕਰੂਗੀ, DGP ਨਹੀਂ ਕਰੂ, ਅਸੀਂ ਲਿਖ ਕੇ ਤਾਂ ਦਿੱਤਾ ਹੀ ਆ। ਤੇ ਜੇ ਸਰਕਾਰ ਬਚਾਉਣ ਦੀ ਕੋਸ਼ਿਸ਼ ਕਰੂਗੀ, ਅਸੀਂ ਹਾਈ ਕੋਰਟ ਪਟੀਸ਼ਨ ਫਾਈਲ ਕਰਾਂਗੇ। ਅਸੀਂ ਉਹਨਾਂ ਨੂੰ ਮੌਕਾ ਦਿੱਤਾ ਹੀ, ਅਸੀਂ ਸਾਫ਼ ਮੈਂਸ਼ਨ ਵੀ ਕੀਤਾ ਆਪਣੀ ਕੰਪਲੇਂਟ ਦੇ ਵਿੱਚ। ਸੋ ਹਾਕਮ ਭਾਜੀ ਤੇ ਕਿਤਨਾ ਭਾਜੀ ਹੁਣੇ, ਕੁਲਦੀਪ ਭਾਜੀ ਹੁਣੇ ਲੱਗੇ ਹੋਏ ਆ। ਮੈਨੂੰ ਤਾਂ ਉਹਨਾਂ ਨੇ ਕੰਪਲੇਂਟ ਭੇਜੀ, ਕਿਉਂਕਿ ਮੈਨੂੰ ਤਾਂ ਗੱਲ ਵੀ ਨਹੀਂ ਪਤਾ ਸੀ, ਮੈਨੂੰ ਵੀਡੀਓ ਵੀ ਨਹੀਂ ਪਤਾ ਸੀਗੀ, ਕਿਉਂਕਿ ਮੈਂ ਅੱਜ ਕੱਲ੍ਹ ਥੋੜਾ ਜਿਹਾ ਅਲੂਫ ਰਹਿੰਦੀ, ਆਪਦੇ ਕੰਮ 'ਚ ਬਿਜ਼ੀ ਰਹਿੰਦੀ ਆ ਤੇ ਮੈਂ ਦੇਖਦੀ ਨਹੀਂ ਕੀ ਹੋ ਰਿਹਾ ਹੈ। ਜੋ ਮੈਨੂੰ ਵੀਰੇ ਹੁਣੇ ਦੱਸ ਦਿੰਦੇ ਆ ਕੁਝ ਹੋ ਰਿਹਾ, ਉਹ ਮੈਂ ਦੇਖ ਲੈਂਦੀ ਆ। ਤੇ ਮੈਨੂੰ ਜਦੋਂ ਪਤਾ ਲੱਗਿਆ, ਮੈਨੂੰ ਆਬਵੀਅਸ ਹੀ ਗੱਲ ਆ, ਮੈਨੂੰ ਕੱਲ ਦੇ ਹੀ ਮੈਨੂੰ ਬੜਾ ਫੀਲ ਹੋਇਆ। ਤੇ ਲੋਕਾਂ ਨੇ ਮੈਨੂੰ ਆ ਕੇ ਕਿਹਾ ਕਿ ਸੈਲੀਬ੍ਰਿਟੀ ਆ ਤਾਂ ਕਰਕੇ ਕਰ ਰਹੇ ਆ। ਤੇ ਫਿਰ ਉਹੀ ਗੱਲ ਆ ਕਿ ਸੈਲੀਬ੍ਰਿਟੀ ਕਰਕੇ ਨਹੀਂ, ਉਹ ਵਧੀਆ ਗਾਉਂਦਾ ਆ ਵਧੀਆ। ਆਈ ਐਪਰੀਸ਼ੀਏਟ, ਉਹਦੀ ਕਲਮ ਦੇ ਵਿੱਚ ਤਾਕਤ ਹੈਗੀ ਆ, ਮੰਨ ਗਏ, ਬਹੁਤ ਸੋਹਣਾ ਲਿਖਦਾ ਆ, ਹੋਰ ਵੀ ਬਹੁਤ ਲਿਖਣ ਵਾਲੇ ਹੈਗੇ ਆ। ਤੇ ਦੂਜੀ ਗੱਲ ਜਿਹੜੀ ਰਣਜੀਤ ਬਾਵਾ ਜੀ ਵਾਲੀ ਗੱਲ ਆ, ਉਹ ਆਪਾਂ ਬਾਅਦ ਵਿੱਚ ਕਰਾਂਗੇ, ਕਿਉਂਕਿ ਮੈਨੂੰ ਪਰਸਨਲੀ ਉਹਦੇ ਗਾਣੇ ਦੇ ਵਿੱਚ ਕੁਝ ਵੀ ਗਲਤ ਨਹੀਂ ਲੱਗਿਆ ਹੈਗਾ। ਤੇ ਅੱਜ ਕੱਲ ਤਾਂ ਟ੍ਰੈਂਡ ਹੋ ਗਿਆ ਇੰਡੀਆ ਦੇ ਵਿੱਚ, ਕੋਈ ਵੀ ਉੱਠਦਾ ਹੈ ਆਪਦੀ ਰਿਲੀਜੀਅਸ ਭਾਵਨਾਵਾਂ ਹਰਟ ਹੋਣ ਦੀਆਂ ਗੱਲਾਂ ਕਰਨ ਲੱਗ ਜਾਂਦਾ। ਸੋ ਉਹਦੀਆਂ ਗੱਲਾਂ ਅੱਡ ਕੀਤੀਆਂ ਜਾਣਗੀਆਂ। ਪਰ ਜੇ ਆਹੀ ਕੰਮ ਚੱਲਦਾ ਰਿਹਾ ਨਾ, ਮਤਲਬ ਉਹ ਅਕਾਊਂਟੇਬਿਲਿਟੀ ਤੇ ਉਹ ਚੀਜ਼ਾਂ ਨਹੀਂ ਰਹੀਆਂ ਹੈਗੀਆਂ, ਉਹਨੇ ਕੁਝ ਗਲਤ ਨਹੀਂ ਬੋਲਿਆ। ਸੋ ਫਿਰ ਉਹੀ ਗੱਲ ਆ ਕਿ ਗਲਤ ਚੀਜ਼ ਦਾ ਵਿਰੋਧ ਕਰਨਾ ਸਿੱਖੋ, ਸੱਚ ਚੀਜ਼ ਦੇ ਨਾਲ ਖੜਨਾ ਸਿੱਖੋ। ਪਹਿਲੇ ਨੰਬਰ ਤੇ ਡਿਪਟੀ ਜ਼ਿੰਮੇਵਾਰ ਆ, ਕਿਉਂਕਿ ਉਹਦੀ ਰਿਸਪੌਂਸਿਬਿਲਿਟੀ ਸੀ। ਦੂਜੇ ਨੰਬਰ ਦੇ ਉੱਤੇ ਇਹ, ਕਿਉਂਕਿ ਇਹਨੇ ਆਪਦੀ ਯਾਰੀ ਦੋਸਤੀ ਦੀ ਮਿਸਯੂਜ਼ ਕੀਤਾ ਇੱਕ ਸੈਲੀਬ੍ਰਿਟੀ ਹੋ ਕੇ। ਤੇ ਨਾਲ ਜਿਹੜੇ ਬਿਨਾਂ ਗੱਲ ਤੋਂ ਮੁਲਾਜ਼ਮ ਰਗੜੇ ਗਏ, ਉਹਨਾਂ ਦੇ ਲਈ ਮੈਨੂੰ ਦੁੱਖ ਵੀ ਆ ਮੁਲਾਜ਼ਮਾਂ ਦਾ। ਪਰ ਓਬਵੀਅਸ ਜੀ ਗੱਲ ਆ, ਉਹਨਾਂ ਨੂੰ ਵੀ ਆਪਣੀ ਡਿਊਟੀ ਸਮਝਣੀ ਚਾਹੀਦੀ ਆ। ਮੈਂ ਕਈ ਜਗ੍ਹਾ ਦੇ ਉੱਤੇ ਦੇਖੋ, ਮੈਂ ਹਰ ਜਗ੍ਹਾ ਦੇ ਉੱਤੇ ਪੁਲਿਸ ਜਿੱਥੇ ਗਲਤ ਠੋਕ ਕੇ ਬੋਲਦੀ ਆ, ਪਰ ਜਿੱਥੇ ਪੁਲਿਸ ਸਹੀ ਆ ਮੈਂ ਉਹਦੀ ਤਾਰੀਫ ਵੀ ਕਰਦੀ ਆ। ਈਵਨ ਜਿਵੇਂ ਮੇਰੇ ਤੇ ਵੀ ਪਰਚਾ ਹੋਇਆ ਸੀ, ਉਹਦੀ ਮੈਂ ਪੁਲਿਸ ਨੂੰ ਕਸੂਰਵਾਰ ਨਹੀਂ ਸਮਝਦੀ, ਜਦ ਕਿ ਉਹਦੀ ਰਿਸਪੌਂਸਿਬਿਲਿਟੀ ਬਣਦੀ ਸੀ। ਪਰ ਜਦੋਂ ਪੁਲਿਸ ਹੀ ਪ੍ਰੈਸ਼ਰ ਥੱਲੇ ਇੰਨਾ ਆ ਜਾਂਦੀ ਆ ਨਾ ਕਿ ਉਹਨਾਂ ਨੂੰ ਇੰਡੀਪੈਂਡੈਂਟ ਹੋ ਕੇ ਆਪਦਾ ਕੰਮ ਨਹੀਂ ਕਰਨ ਦਿੱਤਾ ਜਾਂਦਾ। ਸੋ ਆਈ ਐਡਮਾਇਰ ਪੁਲਿਸ ਆਫੀਸਰ ਜਿਹੜੇ ਚੰਗੇ ਹੈਗੇ ਆ। ਸੋ ਆ ਜੋ ਚੀਜ਼ ਗਲਤ ਹੋਈ ਹੈ ਇਹਦੇ ਖਿਲਾਫ